ਕੀਤਾ ਗਿਆ। ਗੁਰੂ ਨਾਨਕ ਸਾਹਿਬ ਦੀ ਦਿਆਲਤਾ ਕਿੰਨੀ ਕੁ ਵੱਡੀ ਹੈ ਸਾਧ ਸੰਗਤ ਜੀ। ਦਿਆਲਤਾ ਤੇ ਕਰਮ, ਅਸੀਂ ਅਕਸਰ ਕਹਿੰਦੇ ਹਾਂ ਕਿ ਸਾਡੇ ਕਰਮਾਂ ਦਾ ਫਲ ਸਾਨੂੰ ਮਿਲਦਾ ਹੈ ਸਾਧ ਸੰਗਤ ਜੀ। ਕਰਮ ਬਹੁਤ ਵੱਡੇ ਨੇ, ਬਹੁਤ ਭੈੜੇ ਵੀ ਨੇ, ਬਹੁਤ ਚੰਗੇ ਵੀ ਨੇ। ਅਸੀਂ ਕਰਮਾਂ ਦੇ ਵਿੱਚ ਬੱਧੇ ਹੋਏ ਹਾਂ, ਲੇਕਿਨ ਅਸੀਂ ਸੋਚ ਕੇ ਕਰਮ ਨਹੀਂ ਕਰਦੇ ਕਿ ਅਸੀਂ ਕੀ ਕਰਮ ਕਰਨਾ ਤੇ ਕੀ ਨਹੀਂ ਕਰਨਾ ਸਾਧ ਸੰਗਤ ਜੀ। ਕਰਮ ਕਰਕੇ ਫਿਰ ਪਛਤਾਵਾ ਹੁੰਦਾ ਹੈ। ਅਸੀਂ ਕਰਮ ਕਰਨ ਤੋਂ ਪਹਿਲਾਂ ਸੋਚ ਲਈਏ ਤਾਂ ਜ਼ਿਆਦਾ ਅੱਛੀ ਗੱਲ ਹੈ ਸਾਧ ਸੰਗਤ ਜੀ। ਲੇਕਿਨ ਇਹ ਸੋਚੀ ਵੀ ਧੰਨ ਧੰਨ ਸਾਹਿਬ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਹਰ ਇੱਕ ਨੂੰ ਨਹੀਂ ਬਖਸ਼ਦੇ। ਸੋ ਅੱਜ ਜ਼ਿਕਰ ਅਸੀਂ ਕਰਾਂਗੇ ਧੰਨ ਧੰਨ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਦਿਆਲਤਾ ਦਾ, ਕਿ ਗੁਰੂ ਨਾਨਕ ਸਾਹਿਬ ਦੀ ਦਿਆਲਤਾ ਕਿੰਨੀ ਕੁ ਵੱਡੀ ਹੈ ਸਾਧ ਸੰਗਤ ਜੀ। ਸਾਧ ਸੰਗਤ ਜੀ, ਕਈ ਵਾਰੀ ਮਨ 'ਚ ਇਹ ਵਿਚਾਰ ਆਉਂਦਾ ਕਿ ਕਰਮ ਵੱਡੇ ਜਾਂ ਦਿਆਲਤਾ ਵੱਡੀ। ਸਾਧ ਸੰਗਤ ਜੀ, ਅਕਸਰ ਅਸੀਂ ਦੇਖਦੇ ਹਾਂ ਕਿ ਕਰਮਾਂ ਕਰਕੇ ਹੀ ਕੋਈ ਇਨਸਾਨ ਜਿਹੜਾ ਹੈ ਉਹ ਰਿਕਸ਼ਾ ਚਲਾ ਰਿਹਾ ਹੁੰਦਾ ਹੈ ਤੇ ਕੋਈ ਇਨਸਾਨ ਉਹਦੇ ਉੱਤੇ ਬੈਠਾ ਹੁੰਦਾ ਹੈ। ਇਹ ਕਰਮਾਂ ਦਾ ਹੀ ਤਾਂ ਖੇਲ ਹੈ ਕਿ ਕੋਈ ਰਿਕਸ਼ਾ ਚਲਾ ਰਿਹਾ ਤੇ ਕੋਈ ਉਹਦੇ ਉੱਤੇ ਬੈਠਾ ਹੈ। ਕਰਮਾਂ ਕਰਕੇ ਹੀ ਕੋਈ ਕਿਰਾਏ ਦੇ ਵਿੱਚ ਮਕਾਨ 'ਚ ਰਹਿ ਰਿਹਾ ਤੇ ਕੋਈ ਆਪਣੇ ਕੋਠੀ ਦੇ ਵਿੱਚ ਰਹਿ ਰਿਹਾ। ਸਾਧ ਸੰਗਤ ਜੀ, ਇਹ ਕਰਮਾਂ ਦਾ ਹੀ ਤਾਂ ਫਲ ਹੈ। ਕਰਮਾਂ ਕਰਕੇ ਕੋਈ ਅਮੀਰ ਹੈ ਤੇ ਕੋਈ ਗਰੀਬ ਹੈ। ਸਾਧ ਸੰਗਤ ਜੀ, ਕਿਸੇ ਕੋਲ ਲੱਖ ਰੁਪਏ ਦੀ ਕਾਰ ਹੈ, ਕਿਸੇ ਕੋਲ 20 ਲੱਖ ਦੀ ਕਾਰ ਹੈ, ਔਰ ਕਿਸੇ ਕੋਲ ਸਕੂਟਰ ਵੀ ਨਹੀਂ ਹੈ, ਸਕੂਟਰੀ ਵੀ ਨਹੀਂ ਹੈ, ਕਿਸੇ ਕੋਲ ਸਾਈਕਲ ਹੈ, ਔਰ ਕਰਮਾਂ ਕਰਕੇ ਹੀ ਕਿਸੇ ਕੋਲ ਸਾਈਕਲ ਵੀ ਨਹੀਂ ਹੈ। ਸਾਧ ਸੰਗਤ ਜੀ, ਕਿਸੇ ਕੋ ਕਰਮਾਂ ਕਰਕੇ ਲੱਤਾਂ ਨੇ ਤੇ ਕਿਸੇ ਕੋਲ ਲੱਤਾਂ ਵੀ ਨਹੀਂ ਹੈਗੀਆਂ। ਸਾਧ ਸੰਗਤ ਜੀ, ਲੇਕਿਨ ਗੁਰੂ ਨਾਨਕ ਸਾਹਿਬ ਦੀ ਦਿਆਲਤਾ ਕਰਮਾਂ ਤੋਂ ਕਿਤੇ ਉੱਪਰ ਹੈ। ਸਾਧ ਸੰਗਤ ਜੀ, ਅਸੀਂ ਅਕਸਰ ਇਹ ਭੁਲੇਖਾ ਖਾ ਜਾਂਦੇ ਹਾਂ ਕਿ ਸਾਡੇ ਕਰਮਾਂ 'ਚ ਇਹ ਲਿਖਿਆ ਹੋਇਆ। ਸਾਧ ਸੰਗਤ ਜੀ, ਲੇਕਿਨ ਧੰਨ ਧੰਨ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਅਗਰ ਬਖਸ਼ਿਸ਼ ਕਰਨ, ਦਿਆਲ ਹੋ ਜਾਣ ਤੇ ਫਿਰ ਕਰਮਾਂ ਵਿੱਚ ਕੋਈ ਗੱਲ ਨਹੀਂ ਹੁੰਦੀ। ਸਾਧ ਸੰਗਤ ਜੀ, ਸਾਧ ਸੰਗਤ ਜੀ, ਇੱਕ ਵਾਰੀ ਦਾਸ ਜਿਹੜਾ ਹੈ ਜਾ ਰਿਹਾ ਸੀ ਗੱਡੀ ਦੇ ਵਿੱਚ, ਤੇ ਟਰੱਕਾਂ ਦੇ ਵਿੱਚ ਅਕਸਰ ਅਸੀਂ ਦੇਖਦੇ ਹਾਂ ਕਿ ਟਰੱਕਾਂ ਦੇ ਪਿੱਛੇ ਲਿਖਿਆ ਹੁੰਦਾ ਹੈ ਕਿ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ, ਜਾਂ ਹੋਰ ਵੀ ਬਹੁਤ ਸਾਰੀਆਂ ਲਾਈਨਾਂ ਲਿਖੀਆਂ ਹੁੰਦੀਆਂ ਹੈ ਜੋ ਕਿ ਇੱਥੇ ਕਈ ਵਾਰੀ ਬੋਲੀਆਂ ਵੀ ਨਹੀਂ ਜਾ ਸਕਦੀਆਂ। ਸਾਧ ਸੰਗਤ ਜੀ, ਤੇ ਇੱਕ ਟਰੱਕ ਦੇ ਪਿੱਛੇ ਲਿਖਿਆ ਸੀ ਕਿ ਸਮੇਂ ਤੋਂ ਪਹਿਲਾਂ ਤੇ ਕਰਮਾਂ ਤੋਂ ਬਿਨਾਂ ਕੁਝ ਨਹੀਂ ਮਿਲਦਾ। ਇਸ ਟਰੱਕ ਦੇ ਪਿੱਛੇ ਲਿਖਿਆ ਸੀ ਸਮੇਂ ਤੋਂ ਪਹਿਲਾਂ ਤੇ ਕਰਮਾਂ ਤੋਂ ਬਿਨਾਂ ਕੁਝ ਨਹੀਂ ਮਿਲਦਾ। ਸਾਧ ਸੰਗਤ ਜੀ, ਉਹ ਭਾਈ ਸਾਹਿਬ ਜਿਹੜੇ ਕਥਾ ਕਰ ਰਹੇ ਸੀ ਉਹਨਾਂ ਨੇ ਇਹਦੇ ਵਿਖਿਆਨ ਕੀਤਾ ਵੀ ਇਹ ਗੱਲ ਤੇ ਬਿਲਕੁਲ ਠੀਕ ਲਿਖੀ ਹੈ, ਲੇਕਿਨ ਧੰਨ ਧੰਨ ਸਾਹਿਬ ਜੀ ਗੁਰੂ ਨਾਨਕ ਦੇਵ ਮਹਾਰਾਜ ਅਗਰ ਦਿਆਲ ਹੋ ਜਾਣ ਤੇ ਫਿਰ ਕਰਮਾਂ ਨੂੰ ਵੀ ਬਦਲ ਦਿੰਦੇ ਨੇ। ਸਾਧ ਸੰਗਤ ਜੀ, ਇੱਕ ਛੋਟਾ ਜਿਹਾ ਐਗਜ਼ਾਮਪਲ ਉਹਨਾਂ ਦਿੱਤਾ। ਉਹ ਐਗਜ਼ਾਮਪਲ ਇਸ ਤਰ੍ਹਾਂ ਹੈ ਕਿ ਅਗਰ ਅਸੀਂ ਕਿਸੇ ਨੂੰ ਸ਼ੱਕ ਹੋਵੇ ਤੇ ਅਸੀਂ ਮਾਤਾ ਧੰਨ ਧੰਨ ਮਾਤਾ ਸੁਲੱਖਣੀ ਜੀ ਦਾ ਇਤਿਹਾਸ ਅਗਰ ਪੜ੍ਹ ਲਈਏ, ਮਾਤਾ ਸੁਲੱਖਣੀ ਜੀ ਨੇ ਹਰਗੋਬਿੰਦ ਸਾਹਿਬ ਕੋ, ਧੰਨ ਧੰਨ ਸਾਹਿਬ ਜੀ ਹਰਗੋਬਿੰਦ ਸਾਹਿਬ ਜੀ ਨੂੰ ਕਿਹਾ ਸੀ ਕਿ ਵੀ ਮੈਨੂੰ ਪੁੱਤਰ ਦੀ ਦਾਤ ਦਿਓ। ਉਹਨਾਂ ਦੇ ਘਰ ਪੁੱਤਰ ਨਹੀਂ ਸੀ ਤਾਂ ਪੁੱਤਰ ਦੀ ਦਾਤ ਬਖਸ਼ੀ। ਪਰ ਜਦੋਂ ਗੁਰੂ ਸਾਹਿਬ ਕੋਲ ਗਏ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਤੇਰੇ ਕਰਮਾਂ 'ਚ ਔਲਾਦ ਨਹੀਂ ਹੈ। ਉਹ ਬੜੀ ਨਿਰਾਸ਼ ਹੋ ਕੇ ਬਾਹਰ ਆ ਗਈ। ਤੇ ਉਹ ਜਿਹੜੇ ਇਤਿਹਾਸਕਾਰ ਲਿਖਦੇ ਨੇ ਕਿ ਬਾਹਰ ਜਦੋਂ ਆਈ ਤੇ ਕੋਈ ਲਿਖਦਾ ਹੈ ਕਿ ਬਈ ਬਾਬਾ ਬੁੱਢਾ ਜੀ ਉਹਨਾਂ ਨੂੰ ਮਿਲੇ, ਲੇਕਿਨ ਕੋਈ ਲਿਖਦਾ ਕਿ ਭਾਈ ਗੁਰਦਾਸ ਜੀ ਮਿਲੇ। ਖੈਰ ਚਲੋ, ਉਹਨਾਂ ਨੇ ਪੁੱਛਿਆ ਵੀ ਬੀਬੀ ਤੂੰ ਕਿਉਂ ਰੋ ਰਹੀ ਹੈ, ਮਾਤਾ ਜੀ ਤੁਸੀਂ ਕਿਉਂ ਰੋ ਰਹੇ ਹੋ? ਤਾਂ ਉਹਨਾਂ ਦੱਸਿਆ ਵੀ ਇਸ ਤਰ੍ਹਾਂ ਮੈਂ ਹਰਗੋਬਿੰਦ ਸਾਹਿਬ ਕੋਲ ਗਈ ਸੀ ਤਾਂ ਉਹਨਾਂ ਨੇ ਮੈਨੂੰ ਜਵਾਬ ਦੇ ਦਿੱਤਾ ਕਿ ਤੇਰੇ ਕਰਮਾਂ 'ਚ ਔਲਾਦ ਨਹੀਂ ਹੈਗੀ। ਸੋ ਸਾਧ ਸੰਗਤ ਜੀ, ਤੇ ਉਹਨਾਂ ਨੇ ਬਖਸ਼ਿਸ਼ ਕੀਤੀ, ਬੇਨਤੀ ਕੀਤੀ ਵੀ ਤੁਸੀਂ ਦੁਬਾਰਾ ਜਾਓ ਹਰਗੋਬਿੰਦ ਸਾਹਿਬ ਕੋਲ ਔਰ ਉਹਨਾਂ ਨੂੰ ਦੁਬਾਰਾ ਬੇਨਤੀ ਕਰੋ ਕਿ ਮੈਨੂੰ ਪੁੱਤਰ ਦੀ ਦਾਤ ਬਖਸ਼ਣ। ਸਾਧ ਸੰਗਤ ਜੀ, ਔਰ ਜਦੋਂ ਉਹ ਕਹਿਣਗੇ ਇਸ ਤਰ੍ਹਾਂ ਤਾਂ ਤੁਸੀਂ ਕਹਿ ਦਿਓ ਕਿ ਬਈ ਕਰਮਾਂ 'ਚ ਵੀ ਤਾਂ ਤੁਸੀਂ ਲਿਖਣਾ ਹੈ, ਕਰਮਾਂ 'ਚ ਨਹੀਂ ਤਾਂ ਲਿਖਣ ਵਾਲੇ ਵੀ ਤਾਂ ਤੁਸੀਂ, ਉਹ ਕਲਮ ਤੁਹਾਡੇ ਕੋਲ ਲਿਖ ਦਿਓ। ਸਾਧ ਸੰਗਤ ਜੀ, ਆਪ ਸਭ ਜਾਣਦੇ ਹੀ ਹੋ ਇਸ ਗੱਲ ਨੂੰ ਕਿ ਬਈ ਮਾਤਾ ਸੁਲੱਖਣੀ ਜੀ ਦੇ ਘਰ 7 ਪੁੱਤਰ ਹੋਏ। ਉਹ ਇੱਕ ਲਿਖਣ ਲੱਗੇ ਸੀ ਤੇ ਇਹ ਵੀ ਅਕਸਰ ਸੁਣਨ 'ਚ ਆਉਂਦਾ ਹੈ ਕਿ ਵੀ ਉਹ ਘੋੜੇ ਤੇ ਬੈਠੇ ਸੀਗੇ ਤੇ ਘੋੜੇ ਨੇ ਲੱਤ ਹਿਲਾਈ ਤੇ ਉਹਨਾਂ ਦਾ ਹੱਥ ਹਿੱਲ ਗਿਆ ਤੇ ਉਹ ਇੱਕ ਦੀ ਬਜਾਏ 7 ਲਿਖਿਆ ਗਿਆ। ਸਾਧ ਸੰਗਤ ਜੀ, ਤੇ 7 ਪੁੱਤਰ ਉਹਨਾਂ ਦੇ ਵਿਹੜੇ 'ਚ ਖੇਡੇ। ਔਰ ਅਗਰ ਕਰਮਾਂ 'ਚ ਨਹੀਂ ਸੀ ਤੇ ਧੰਨ ਧੰਨ ਸਾਹਿਬ ਜੀ ਹਰਗੋਬਿੰਦ ਸਾਹਿਬ ਦੀ ਕਲਮ ਦੇ ਨਾਲ ਲਿਖਿਆ ਗਿਆ। ਸੋ ਸਾਧ ਸੰਗਤ ਜੀ, ਆਪ ਦੱਸੋ ਕਰਮਾਂ 'ਚ ਕਿਸ ਤਰ੍ਹਾਂ ਦਿਆਲਤਾ ਵੱਡੀ ਹੋਈ ਕਿ ਜਾਂ ਕਰਮ ਵੱਡੇ ਹੋਏ? ਸਾਧ ਸੰਗਤ ਜੀ, ਜੇ ਪਰਮਾਤਮਾ ਦਿਆਲ ਹੋ ਜਾਵੇ ਤਾਂ ਸਭ ਕੁਝ ਹੋ ਸਕਦਾ ਹੈ। ਸਾਧ ਸੰਗਤ ਜੀ, ਇੱਕ ਵਾਰੀ ਛੋਟੀ ਜਿਹੀ ਇੱਕ ਹੋਰ ਸਾਖੀ ਅਸੀਂ ਅਕਸਰ ਵੇਖਦੇ ਹਾਂ। ਚੌਧਰੀ ਸ਼ਮੀਰ ਜੀ ਹੋਏ ਨੇ ਕੋਈ, ਉਹਨਾਂ ਨੇ ਧੰਨ ਧੰਨ ਸਾਹਿਬ ਜੀ ਗੋਬਿੰਦ ਸਿੰਘ ਸਾਹਿਬ ਜੀ ਨੂੰ ਦੁੱਧ ਪਿਲਾਇਆ ਸੀ, ਦੁੱਧ ਦੀ ਸੇਵਾ ਕੀਤੀ ਉਹਨਾਂ ਨੇ। ਜਦੋਂ ਉਹ ਪੰਜਾਬ ਵੱਲ ਆ ਰਹੇ ਸੀਗੇ ਤਾਂ ਰਸਤੇ 'ਚ ਰੁਕੇ ਤੇ ਭਾਈ ਸ਼ਮੀਰ ਜੀ ਨੇ ਉਹਨਾਂ ਨੂੰ ਦੁੱਧ ਦੀ ਸੇਵਾ ਕੀਤੀ। ਜਦੋਂ ਦੁੱਧ ਦੀ ਸੇਵਾ ਕੀਤੀ ਤੇ ਉਹਨਾਂ ਨੇ ਗੋਬਿੰਦ ਸਾਹਿਬ ਜੀ ਨੇ ਕਿਹਾ ਕਿ ਵੀ ਮੰਗ ਤੂੰ ਕੀ ਮੰਗਣਾ ਚਾਹੁੰਦਾ, ਅਸੀਂ ਤੇਰੀ ਸੇਵਾ ਤੋਂ ਬੜੇ ਖੁਸ਼ ਹਾਂ।
ਤੇ ਉਹਨੇ ਕਿਹਾ ਕਿ ਬਈ ਮੇਰਾ ਜਨਮ ਮਰਨ ਮਹਾਰਾਜ ਜੀ ਮੇਰਾ ਜਨਮ ਮਰਨ ਕੱਟ ਦਿਓ। ਕਹਿੰਦੇ ਚਲੋ ਕੋਈ ਗੱਲ ਨਹੀਂ, ਅਸੀਂ ਕੱਲ ਤੇਰੇ ਨਾਲ ਗੱਲ ਕਰਾਂਗੇ। ਸਾਧ ਸੰਗਤ ਜੀ ਕੱਲ ਅਗਲੇ ਦਿਨ ਫਿਰ ਉਹ ਦੁੱਧ ਲੈ ਕੇ ਹਾਜ਼ਰ ਹੋਇਆ, ਫਿਰ ਆਪਣੀ ਦਰਖਾਸਤ ਰੱਖੀ ਕਿ ਬਈ ਗੁਰੂ ਸਾਹਿਬ ਮੇਰਾ ਜਨਮ ਮਰਨ ਕੱਟ ਦਿਓ। ਗੁਰੂ ਸਾਹਿਬ ਨੇ ਕਿਹਾ, ਧੰਨ ਧੰਨ ਸਾਹਿਬ ਜੀ ਗੋਬਿੰਦ ਸਾਹਿਬ ਜੀ ਨੇ, ਕਿ ਬਈ ਅਸੀਂ ਤੇਰਾ ਕੰਮ ਕਰ ਤਾਂ ਦਿੱਤਾ ਹੈ, ਕੱਲ ਰਾਤ ਨੂੰ ਤੇਰਾ ਕੰਮ ਕਰ ਦਿੱਤਾ ਹੈ। ਉਹ ਕਹਿਣ ਲੱਗਾ ਜੀ ਕਿਸ ਤਰ੍ਹਾਂ, ਮੈਨੂੰ ਤਾਂ ਕੋਈ ਸਮਝ ਨਹੀਂ ਆਈ। ਉਹ ਕਹਿਣ ਲੱਗੇ ਵੀ ਤੂੰ ਕੁਝ ਕੱਲ ਵੇਖਿਆ ਨਹੀਂ ਰਾਤ? ਤੇ ਉਹਨੂੰ ਫਿਰ ਜਦੋਂ ਬਹੁਤ ਦੋ ਵਾਰੀ ਕਿਹਾ ਤਾਂ ਉਹ ਸਮਝ ਗਿਆ ਵੀ ਮੈਂ ਸੁਪਨੇ ਦੇ ਵਿੱਚ ਜਿਹੜਾ ਮੈਂ ਵੇਖਿਆ ਸੀਗਾ ਉਹ ਬੜਾ ਕੌਤਕ ਅਜੀਬ ਸੀਗਾ। ਤੇ ਉਹਨੇ ਦੱਸਿਆ ਕਿ ਬਈ ਮੈਂ ਸੁਪਨੇ ਦੇ ਵਿੱਚ ਦੇਖਿਆ ਕਿ ਮੈਂ ਜਿਹੜੀ ਜਿਹੜੀਆਂ ਭੈੜੀਆਂ ਬੜੀਆਂ ਜੁਨਾ ਸੀਗੀਆਂ ਉਹਦੇ ਚੋਂ ਵੀ ਮੇਰਾ ਜਨਮ ਹੋਇਆ, ਤੇ ਮੈਂ ਉਹਦੇ ਚੋਂ ਵੀ ਨਿਬੜ ਕੇ ਆ ਕੇ ਅੱਜ ਤੁਹਾਡੇ ਚਰਨਾਂ 'ਚ ਬੈਠਾ ਹਾਂ। ਤੇ ਗੁਰੂ ਉਹ ਸਮਝ ਗਿਆ ਕਿ ਬਈ ਗੁਰੂ ਸਾਹਿਬ ਨੇ ਜਿਹੜੀ ਮੇਰੀ ਜਨਮਾਂ ਦੀ ਜਿਹੜੀ ਮੈਲ ਸੀਗੀ ਉਹ ਮੇਰੀ ਇੱਕ ਰਾਤ ਦੇ ਵਿੱਚ, ਇੱਕ ਸੁਪਨੇ ਦੇ ਵਿੱਚ ਹੀ ਮੁਕਾ ਦਿੱਤੀ ਹੈ। ਦੋਸਤੋ, ਗੁਰੂ ਨਾਨਕ ਦੀ ਦਿਆਲਤਾ ਨੇ ਰੱਬ ਦਾ ਲਿਖਿਆ ਵੀ ਪੂਰਾ ਕਰ ਦਿੱਤਾ ਤੇ ਕਰਮ ਵੀ ਬਦਲ ਦਿੱਤੇ। ਸਾਧ ਸੰਗਤ ਜੋ ਇਸ ਤਰ੍ਹਾਂ ਜਿਸ ਤਰ੍ਹਾਂ ਜਦੋਂ ਕਿ ਕਰਮਾਂ ਦੇ ਵੱਲ ਧੰਨ ਧੰਨ ਸਾਹਿਬ ਗੁਰੂ ਨਾਨਕ ਦੇਵ ਜੀ ਨਜ਼ਰ ਮਾਰਦੇ ਹਨ ਤੇ ਜਿਨ ਕੋ ਕਿਰਪਾ, ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਉਹ 'ਚ ਲਿਖਿਆ ਹੈ, ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਤਹ ਪਾਈਏ ਮਨ ਸਾਂਝਾ, ਧਰਮ ਰਾਏ ਦਰ ਕਾਗਜ਼ ਫਾੜੇ ਜਨ ਨਾਨਕ ਲੇਖਾ ਸਮਝਾ। ਸਾਧ ਸੰਗਤ ਜੀ ਅਸੀਂ ਇਹ ਅਕਸਰ ਪੜ੍ਹ, ਧਰਮ ਰਾਏ ਦਰ ਕਾਗਜ਼ ਫਾੜੇ ਜਨ ਨਾਨਕ ਲੇਖਾ ਸਮਝਾ। ਸਾਧ ਸੰਗਤ ਜੀ ਅਕਸਰ ਅਸੀਂ ਇਹ ਦੇਖਦੇ ਹਾਂ, ਔਰ ਇੱਕ ਤੁਕ ਗੁਰਬਾਣੀ ਦੀ ਅਸੀਂ ਇਹ ਵੀ ਪੜ੍ਹਦੇ ਹਾਂ ਅਕਸਰ, ਗੁਰੂ ਨਾਨਕ ਜਾਗੋ ਪਿਆ ਦਿਆਲਾ ਸੋ ਜਨ ਹੋਆ ਸਦਾ ਨਿਹਾਲਾ। ਅਸੀਂ ਇਹ ਵੀ ਤੁਕ ਪੜ੍ਹਦੇ ਹਮੇਸ਼ਾ ਸੁਣਦੇ ਹਾਂ, ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬੂ ਚੋਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ। ਸਾਧ ਸੰਗਤ ਜੋ ਸੋ ਧੰਨ ਧੰਨ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਦੀ ਦਿਆਲਤਾ, ਲੇਕਿਨ ਅਸੀਂ ਦਿਆਲਤਾ ਲੈਣੀ ਕਿਸ ਤਰ੍ਹਾਂ? ਸਾਧ ਸੰਗਤ ਜੀ ਅਸੀਂ ਪੜ੍ਹਦੇ ਹਾਂ, ਪਗੜ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ, ਕਰ ਇਸ ਨਾਮ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ, ਮਿੱਟੀ ਧੁੰਦ ਜਗ ਚਾਨਣ ਹੋਆ ਸਤਿਗੁਰੂ ਨਾਨਕ ਪ੍ਰਗਟੇ। ਸਾਧ ਸੰਗਤ ਜੀ ਨਾ ਤਾਂ ਕੋਈ ਧੁੰਦ ਪਈ ਹੋਈ ਹੈ ਬਾਹਰ ਅਸੀਂ ਦੇਖੀਏ ਤਾਂ ਅਸੀਂ ਪੜ੍ਹਦੇ ਜ਼ਰੂਰ ਅਕਸਰ, ਧੁੰਦ ਨਹੀਂ ਪਈ ਹੋਈ, ਲੇਕਿਨ ਸਾਡੇ ਮਨ ਦੇ ਵਿੱਚ, ਸਾਡੀ ਅੱਖਾਂ ਦੇ ਉੱਤੇ ਜਿਹੜਾ ਧੁੰਦ ਦਾ ਪਰਦਾ ਪਿਆ ਸਾਧ ਸੰਗਤ, ਅਸੀਂ ਉਹਨਾਂ ਨੂੰ ਚੁੱਕਣ ਦੀ ਲੋੜ ਹੈ। ਅਸੀਂ ਉਹਦੇ ਤੇ ਜੋ ਧੰਨ ਧੰਨ ਸਾਹਿਬ ਜੀ ਨਾਨਕ ਦੇਵ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਧੰਨ ਧੰਨ ਸਾਹਿਬ ਜੀ ਗੁਰੂ ਸਾਹਿਬ ਦੇ ਵਿੱਚ, ਉਹਨੂੰ ਪੜ੍ਹੀਏ, ਵਿਚਾਰੀਏ, ਉੱਤੇ ਅਮਲ ਕਰੀਏ, ਆਪਣੇ ਜੀਵਨ ਨੂੰ ਸਵਾਰੀਏ। ਸੋ ਸਾਧ ਸੰਗਤ ਜੋ ਪੜ੍ਹ ਕੇ ਗੱਡੀ ਨਾ ਲੱਦੀਏ। ਸੋ ਦਾਸ ਦੀ ਇਹ ਬੇਨਤੀ ਹੈ ਆਪਣੇ ਸਾਰਿਆਂ ਮਾਈ ਭੈਣਾਂ ਵੀਰਾਂ ਨੂੰ ਕਿ ਬਈ ਜਿਹੜਾ ਹੈ ਆਪਣਾ ਜੀਵਨ ਸਵਾਰੋ, ਆਪਣੀ ਅੱਖਾਂ ਖੋਲੀਏ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਦਾ ਮਤਲਬ ਸਮਝੀਏ, ਅਸੀਂ ਉਹਦੇ ਮੀਨਿੰਗ ਸਮਝੀਏ ਕਿ ਵੀ ਕੀ ਮੀਨਿੰਗ ਉਹਨਾਂ ਨੇ ਕਿਹਾ ਹੈ ਕਿ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਹੜਾ ਪਰਦਾ ਸਾਡੀ ਅੱਖਾਂ ਤੋਂ ਹਟਾਇਆ। ਲੇਕਿਨ ਅਸੀਂ ਅੱਜ ਵੀ ਉਹਨਾਂ ਵਹਿਮਾਂ ਦੇ ਵਿੱਚ, ਭਰਮਾਂ ਦੇ ਵਿੱਚ ਭਟਕਦੇ ਹੋਏ ਹਾਂ ਕਿਤੇ ਨਾ ਕਿਤੇ। ਸੋ ਸਾਧ ਸੰਗਤ ਜੀ ਇਹਨਾਂ ਦੀ ਬੇਨਤੀ ਨਾਲ ਦਾ ਸਮਝ ਆਤਕ ਹੋਏਗਾ। ਹੁਣ ਇੱਕ ਸ਼ਬਦ ਦੀ ਹਾਜ਼ਰੀ ਹਾਰਮੋਨੀਅਮ ਤੇ ਕੀਤੀ ਜਾਏਗੀ। ਭਾਈ ਸਾਹਿਬ ਭਾਈ ਤਰਨਦੀਪ ਸਿੰਘ ਨੂੰ ਬੇਨਤੀ ਹੈ ਕਿ ਜਿੱਥੇ ਕਿਤੇ ਮੇਰੀ ਆਵਾਜ਼ ਸੁਣ ਰਹੇ ਹੋਣ ਕਿਰਪਾ ਕਰਕੇ ਆ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।